ਗੁਰ ਕਵਨ ਗੁਰ ਕਹਿ ਸਿਮਰਤ ਬਨ ਪਾ। ਵਾਹਿਗੁਰੂ ਜੀ ਕਾ ਖਾਲਸਾ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਚੱਪੜ। ਅੱਜ ਹਰ ਸਾਲ ਦੀ ਤਰ੍ਹਾਂ ਸਾਡੇ ਮੇਰੇ ਜੰਮਪਲ ਪਿੰਡ ਦੇ ਵਿੱਚ 4 ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੂਰੇ ਇਲਾਕਾ ਨਿਵਾਸੀਆਂ, ਪਿੰਡ ਨਿਵਾਸੀਆਂ ਵੱਲੋਂ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਸਜਾਏ ਜਾਂਦੇ ਹੈ। ਅਤੇ ਇਹ ਸਾਡਾ ਪਿੰਡ ਹੈ ਜਿਹੜਾ ਵੱਡੇ ਮਹਾਂਪੁਰਸ਼ਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇੱਥੇ ਵੱਖਰੀਆਂ ਮਹਾਨ ਹਸਤੀਆਂ ਹੈ, ਰਾਜਨੀਤਿਕ, ਧਾਰਮਿਕ ਅਤੇ ਵੱਖਰੇ ਧਾਰਮਿਕ ਸਥਾਨ ਹੈ। ਹਰ ਸਾਲ ਸਾਡੇ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਹੈ ਉਹ ਇੱਥੇ ਆ ਕੇ ਲੰਗਰ ਦੀ ਸੇਵਾ ਵੀ ਕਰਦੇ ਹੈ ਅਤੇ ਲੰਗਰ ਛਕਦੇ ਹੈ ਅਤੇ ਸੰਗਤਾਂ ਨੂੰ ਛਕਾਉਂਦੇ ਹੈ। ਉਸ ਪਵਿੱਤਰ ਲਸਾਨੀ ਸ਼ਹਾਦਤ ਨੂੰ ਸਮਰਪਿਤ ਨਤਮਸਤਕ ਹੁੰਦੇ ਹੈ। ਮੈਂ ਤੁਹਾਨੂੰ ਸਾਰਾ ਇਹ ਜਿਹੜਾ ਪਿੰਡ ਦੇ ਦਰਸ਼ਨ ਵੀ ਕਰਾਵਾਂਗਾ ਅਤੇ ਜਿਹੜੀਆਂ ਸੰਗਤਾਂ ਇੱਥੇ ਸੇਵਾ ਕਰਦੀਆਂ ਨੇ ਉਹਨਾਂ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗਾ। ਧੰਨਵਾਦ ਜੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਚੱਪੜ ਦੀਆਂ ਸਮੂਹ ਸੰਗਤਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਸਾਡੇ ਘਨੌਰ ਰੋਡ ਦੇ ਉੱਤੇ ਜਿਹੜੀ ਪੁਲੀ ਬਣੀ ਹੋਈ ਹੈ, ਅੱਡਾ ਬਣਿਆ ਹੋਇਆ, ਉਸ ਦੇ ਆ ਕੇ ਸਾਡੇ ਜਿਹੜੇ ਪਿੰਡ ਦੇ ਸੱਜਣ ਨੇ ਉਹ ਲੰਗਰ ਦਾ ਪ੍ਰਬੰਧ ਕਰਦੇ ਨੇ, ਜਿੱਥੇ ਸਾਰੀਆਂ ਸੰਗਤਾਂ ਇਲਾਕੇ ਦੀਆਂ ਆ ਕੇ ਇੱਥੇ ਨਤਮਸਤਕ ਹੁੰਦੀਆਂ। ਉੱਥੇ ਸਾਡੇ ਜਿਹੜੇ ਪਿੰਡ ਦੇ ਨੇ ਸੱਜਣ ਉਹ ਇੱਥੇ ਸਾਰੇ ਹੀ ਆ ਕੇ ਘਰ ਦੇ ਵਿੱਚੋਂ 2-2 ਪਰਿਵਾਰ ਦਾ ਬੰਦਾ, ਬੀਬੀਆਂ ਸਾਰੀਆਂ ਨਤਮਸਤਕ ਹੁੰਦੀਆਂ ਨੇ ਅਤੇ ਗੁਰੂ ਮਹਾਰਾਜ ਨੂੰ ਨਤਮਸਤਕ ਹੋ ਕੇ ਉਹ ਖੁਸ਼ੀਆਂ ਜਿਹੜੀਆਂ ਗੁਰੂ ਜੀ ਦੇ ਘਰ ਤੋਂ ਲੈਣੀਆਂ ਨੇ ਉਹ ਲੈਂਦੀਆਂ ਨੇ। ਨੌਜਵਾਨ ਵੀਰ ਅਤੇ ਸਾਡਾ ਜਿਹੜਾ ਸਾਰਾ ਪਿੰਡ ਦਾ ਪਰਿਵਾਰ ਹੈ। ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਤੁਹਾਨੂੰ ਉਸ ਮਹਾਨ ਸ਼ਖਸੀਅਤ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਕਿ ਪਿੰਡ ਚੱਪੜ ਹੀ ਨਹੀਂ ਪੂਰੇ ਇਲਾਕੇ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਸੇਵਾ ਕਰਨ ਦੇ ਲਈ ਆਪਣਾ ਆਪ ਨਿਛਾਵਰ ਕਰ ਰੱਖਿਆ ਹੈ। ਅਤੇ ਸੰਤ ਈਸ਼ਰ ਸਿੰਘ ਜੀ ਗੁਰਮਤਿ ਅਕੈਡਮੀ ਸੰਗਤਪੁਰਾ ਆਸ਼ਰਮ ਚੱਪੜ ਦੇ ਨਾਂ ਦੇ ਉੱਤੇ ਇੱਕ ਗੁਰਮਤਿ ਦੀ ਅਕੈਡਮੀ ਚਲਾ ਰਹੇ ਨੇ ਅਤੇ ਉਹਨਾਂ ਦਾ ਇੱਕ ਸੁਪਨਾ ਹੈ ਕਿ ਹਰ ਘਰ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਹੋਵੇ ਅਤੇ ਹਰ ਇੱਕ ਬੱਚਾ ਚੰਗੀ ਵਿੱਦਿਆ ਗ੍ਰਹਿਣ ਕਰਕੇ ਆਪਣੇ ਮਾਪਿਆਂ ਦਾ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੇ, ਚੰਗੀ ਸਿਹਤ ਹੋਵੇ ਅਤੇ ਚੰਗਾ ਇਨਸਾਨ ਬਣੇ, ਕਿਉਂਕਿ ਇਨਸਾਨੀਅਤ ਸਭ ਤੋਂ ਮਹਿੰਗੀ ਚੀਜ਼ ਹੈ ਜਿਹੜੀ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ। ਮੇਰੀ ਮੁਰਾਦ ਹੈ ਬਾਬਾ ਗੁਰਤਾਰ ਸਿੰਘ ਜੀ ਤੋਂ, ਜਿਹੜੇ ਕਿ ਪਿੰਡ ਚੱਪੜ ਦੇ ਜੰਮਪਲ ਨੇ ਅਤੇ ਇੱਥੇ ਇਹਨਾਂ ਨੂੰ ਹਰ ਇੱਕ ਇਨਸਾਨ ਚੰਗੇ ਵਿਚਾਰਾਂ ਵਾਲਾ ਇੱਕ ਵਧੀਆ ਇਨਸਾਨ ਦੇ ਨਾਮ 'ਤੇ ਜਾਣਦੇ ਹੈ। ਆਓ ਆਪਾਂ ਉਹਨਾਂ ਦੇ ਨਾਲ 2 ਵਿਚਾਰਾਂ ਸਾਂਝੀਆਂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਚੱਪੜ ਤੋਂ ਮਹਾਂਪੁਰਸ਼ਾਂ ਦੇ ਸਥਾਨ 'ਤੇ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਨਿਭਾ ਰਹੇ ਹਾਂ। ਸਭ ਤੋਂ ਪਹਿਲਾਂ ਦਾਸ ਦੇ ਬਹੁਤ ਉੱਚੇ ਭਾਗ ਸਮਝੋ। ਸੰਤ ਬਾਬਾ, ਜਦੋਂ ਕਿ ਮੈਂ 6ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ 1965 ਦੇ ਵਿੱਚ, ਸਭ ਤੋਂ ਪਹਿਲਾਂ ਪਟਿਆਲੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਦੀਵਾਨ ਅਮਰ ਆਸ਼ਰਮ ਪਟਿਆਲੇ ਲੱਗ ਰਹੇ ਸਨ। ਸਭ ਤੋਂ ਪਹਿਲਾ ਦੀਵਾਨ ਅਸੀਂ ਬਾਬਾ ਈਸ਼ਰ ਸਿੰਘ ਦਾ ਪਟਿਆਲੇ ਸਰਵਣ ਕੀਤਾ। ਉਸ ਤੋਂ ਬਾਅਦ ਪਤਾ ਲੱਗਿਆ ਕਿ ਮਹਾਂਪੁਰਸ਼ ਹਰ ਚਾਨਣੀ ਦਸਵੀਂ ਦਾ ਦੀਵਾਨ ਸੰਤ ਆਸ਼ਰਮ ਦਬਲਾਣ ਸਜਾਉਂਦੇ ਹਨ। ਫਿਰ ਦਾਸ ਹਰ 10ਵੀਂ ਦੇ ਦੀਵਾਨ 'ਤੇ ਉੱਥੇ ਦਬਲਾਣ ਜਾਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਹਨੂੰ ਮਹਾਂਪੁਰਸ਼ਾਂ ਦੀ ਕਿਰਪਾ ਹੋਈ। ਜਦੋਂ ਕਿ ਦਾਸ 12ਵੀਂ ਕਾਲ ਆਪਣਾ ਪਲੱਸ 1 ਦੇ ਵਿੱਚ ਮਹਿੰਦਰਾ ਕਾਲ ਦੇ ਵਿੱਚ ਪੜ੍ਹਦਾ ਸੀ। ਫਿਰ ਮਾਨਾ
ਦੁਨੀਆ ਕਨੋਂ ਉਪਰਾਮ ਹੋ ਕੇ ਪੜ੍ਹਾਈ ਵਿੱਚੇ ਛੱਡ ਕੇ ਦਵਲਾਣ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਪਹੁੰਚ ਗਏ। ਜਦੋਂ ਉੱਥੇ ਤਕਰੀਬਨ 4 ਮਹੀਨੇ ਰਹਿੰਦਿਆਂ ਨੂੰ ਹੋਏ, ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਨੂੰ, ਤਾਂ ਮਾਤਾ ਪਿਤਾ ਅਤੇ ਨਾਨੀ ਜੀ ਨੇ ਦਾਸ ਨੂੰ ਲੈਣ ਵਾਸਤੇ ਉੱਥੇ ਚਲੇ ਗਏ ਕਿ ਵੀ ਅਸੀਂ ਇਹਨਾਂ ਨੂੰ ਘਰ ਹੀ ਲੈ ਕੇ ਜਾਣਾ ਹੈ, ਉੱਥੇ ਹੀ ਆਪਣਾ ਸੇਵਾ ਸਿਮਰਨ ਕਰ ਲੈਣਗੇ। ਤਾਂ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਵੀ ਚਲੋ ਇਹਨਾਂ ਦੇ ਨਾਲ ਤੁਸੀਂ ਚਲੇ ਜਾਓ, ਵੀ ਲੈਣ ਆਏ ਹਨ, ਵੀ ਜਿਹੜਾ ਇਹ ਸੇਵਾ ਸਿਮਰਨ ਦਾ ਤੁਹਾਡਾ ਫੁਰਨਾ ਹੈ ਇਹ ਉੱਥੇ ਹੀ ਪੂਰਾ ਚਾਪੜ ਵਿਖੇ ਹੀ ਪੂਰਾ ਹੋ ਜਾਵੇਗਾ। ਸੇਵਾ ਵੀ ਉੱਥੇ ਖੁੱਲ੍ਹੀ ਮਿਲ ਜਾਵੇਗੀ ਅਤੇ ਨਾਲ ਦੀ ਨਾਲ ਆਪਣਾ ਘਰ ਦਾ ਕੰਮਕਾਰ ਵੀ ਕਰਦੇ ਰਹਿਣਾ। ਦਾਸ ਨੂੰ ਘਰ ਦੇ ਫਿਰ ਚਾਪੜਾ ਆ ਗਏ ਤਾਂ ਮਹਾਂਪੁਰਸ਼ਾਂ ਦੀ ਐਖੀ ਬਖਸ਼ਿਸ਼ ਹੋਈ। ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਘਰ ਦੀ ਸੇਵਾ ਮਿਲ ਗਈ। ਨਾਲ ਦੀ ਨਾਲ ਸੇਵਾ ਵੀ ਕਰਦੇ ਰਹੇ, ਆਪਣਾ ਘਰ ਦਾ ਕੰਮਕਾਰ ਵੀ ਕਰਦੇ ਰਹੇ। ਉਸ ਤੋਂ ਬਾਅਦ ਫਿਰ 1990 ਦੇ ਵਿੱਚ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਚਾਪੜ ਵਿਖੇ ਰਾੜਾ ਸਾਹਿਬ ਵਾਲਿਆਂ ਨੇ ਚਰਨ ਪਾਏ ਤਾਂ ਸੰਗਤ ਨੇ ਬੇਨਤੀ ਕੀਤੀ, ਮਹਾਂਪੁਰਸ਼ੋ ਇੱਥੇ ਕੋਈ ਆਸ਼ਰਮ ਪ੍ਰਚਾਰ ਦਾ ਸੈਂਟਰ ਬਣਨਾ ਚਾਹੀਦਾ ਹੈ। ਮਹਾਂਪੁਰਸ਼ਾਂ ਨੇ ਬਚਨ ਕਰ ਦਿੱਤੇ ਅਤੇ ਉਹਦਾ ਨਾਂ ਵੀ ਰੱਖ ਦਿੱਤਾ ਸੰਗਤਪੁਰਾ। ਇਹਦਾ ਨਾਂ ਭਾਈ ਸੰਗਤਪੁਰਾ ਆਸ਼ਰਮ ਰੱਖਣਾ। ਫਿਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲਿਆਂ ਨੇ 90 ਦੇ ਵਿੱਚ ਹੀ ਇਸ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਅਤੇ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲੇ ਨੇ ਹਰ ਚਾਨਣੀ 10ਵੀਂ ਦਾ ਦੀਵਾਨ ਇੱਥੇ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਮਹਾਰਾਜ ਦੀ ਬਰਸੀ ਹਰ ਸਾਲ 5 ਦੀਵਾਨ ਉਹਨਾਂ ਦੇ ਹੁੰਦੇ ਸਨ। ਇੱਥੇ 5 ਦੀਵਾਨ ਹਰ ਸਾਲ ਲਾਉਂਦੇ ਅਤੇ ਬਰਸੀ ਮਨਾਈ ਜਾਂਦੀ ਸੀ। 1998 ਦੇ ਵਿੱਚ ਇਲਾਕੇ ਦੀ ਸੰਗਤਾਂ ਨੇ ਬਾਬਾ ਭੁਪਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਕਿ ਇਹ ਇਲਾਕੇ ਦੇ ਵਿੱਚ ਕੋਈ ਵਧੀਆ ਸਕੂਲ ਨਹੀਂ ਹੈ ਜਿਹਦੇ ਵਿੱਚ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਾਰਮਿਕ ਗੁਰਮਤਿ ਦੀ ਵਿੱਦਿਆ ਵੀ ਬੱਚਿਆਂ ਨੂੰ ਸਿਖਾਈ ਜਾਵੇ। ਮਹਾਂਪੁਰਸ਼ਾਂ ਨੇ ਆਗਿਆ ਦੇ ਦਿੱਤੀ। 98 ਦੇ ਵਿੱਚ ਇਹ ਸੰਤ ਈਸ਼ਰ ਸਿੰਘ ਜੀ ਗੁਰਮਤਿ ਅਕੈਡਮੀ ਚਾਕੜ ਦੀ ਸ਼ੁਰੂਆਤ ਹੋਈ। ਇਸ ਦਾ ਅਕੈਡਮੀ ਨੂੰ ਖੋਲ੍ਹਣ ਦਾ ਇੱਕੋ ਇੱਕ ਸੰਗਤਾਂ ਦਾ ਨਿਸ਼ਾਨਾ ਸੀ ਕਿ ਬੱਚੇ ਜੋ ਕਿ ਪਤਪੁਣੇ ਵੱਲ ਜਾ ਰਹੇ ਹਨ, ਕੇਸਾਂ ਦੀ ਬੇਅਦਬੀ ਕਰਦੇ ਹਨ, ਵੀ ਉਹਨਾਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਇੱਕ ਪੀਰੀਅਡ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ, ਗੁਰਬਾਣੀ, ਗੁਰੂ ਇਤਿਹਾਸ, ਕੀਰਤਨ ਸਿਖਾਉਣ ਵਾਸਤੇ ਲਾਇਆ ਜਾਵੇ। 98 ਦੇ ਵਿੱਚ ਅਕੈਡਮੀ ਸ਼ੁਰੂ ਹੋ ਗਈ। ਮਹਾਰਾਜ ਦੀ ਕਿਰਪਾ ਦੇ ਨਾਲ ਬੱਚੇ ਬਹੁਤ ਗੁਰਮਤਿ ਦੇ ਧਾਰਨੀ ਹੋਏ ਗਏ ਅਤੇ ਅੰਮ੍ਰਿਤ ਛਕਣ ਲੱਗੇ। ਇੱਥੇ ਪੜ੍ਹ ਕੇ ਬਹੁਤ ਹੀ ਬਾਹਰ ਵੀ ਕੁਝ ਚਲੇ ਗਏ ਅਤੇ ਇੱਥੇ ਵੀ ਚੰਗੇ ਚੰਗੇ ਅਹੁਦਿਆਂ 'ਤੇ ਨੌਕਰੀਆਂ 'ਤੇ ਲੱਗ ਗਏ। ਇਹ ਸਾਰੀ ਮਹਾਂਪੁਰਸ਼ਾਂ ਦੀ ਹੀ ਕਿਰਪਾ ਹੈ ਕਿ ਹੁਣ ਤੱਕ ਤਕਰੀਬਨ 30 ਸਾਲ ਹੋ ਗਏ ਹਨ। ਹਰ ਮਹੀਨੇ ਮਹਾਂਪੁਰਸ਼ਾਂ ਬਾਬਾ ਭੁਪਿੰਦਰ ਸਿੰਘ ਜੀ 10ਵੀਂ ਦਾ ਦੀਵਾਨ ਆਪ ਆ ਕੇ ਸਜਾਉਂਦੇ ਹਨ ਅਤੇ ਸਾਲ ਦੇ ਵਿੱਚ 2 ਵੱਡੇ ਸਮਾਗਮ ਹੁੰਦੇ ਹਨ। ਇੱਕ ਸੰਤ ਬਾਬਾ ਈਸ਼ਰ ਸਿੰਘ ਦੀ ਬਰਸੀ ਮਨਾਈ ਜਾਂਦੀ ਹੈ, ਇਸ ਨੂੰ ਕਿ 5 ਦੀਵਾਨ ਹੁੰਦੇ ਹਨ। ਅੰਮ੍ਰਿਤ ਬਹੁਤ ਸੰਗਤਾਂ ਪਿਛਲੇ ਦੀਵਾਨ ਨੂੰ ਅੰਮ੍ਰਿਤ ਛਕਦੀਆਂ ਹਨ। ਦੂਜਾ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲਿਆਂ ਦੀ ਬਰਸੀ ਮਾਰਚ ਮਹੀਨੇ ਵਿੱਚ ਮਨਾਈ ਜਾਂਦੀ ਹੈ। ਉਸ ਦੇ ਵਿੱਚ ਵੀ ਬਹੁਤ ਸੰਗਤਾਂ ਕਥਾ ਕੀਰਤਨ ਸੁਣ ਕੇ ਲਾਭ ਉਠਾਉਂਦੀਆਂ ਹਨ ਅਤੇ ਅੰਮ੍ਰਿਤ ਛਕਦੀਆਂ ਹਨ। ਅਤੇ ਇੱਕ ਸਮਾਗਮ ਆਪਣਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ, ਜੋ ਕਿ ਆਪਣੇ ਘਨੌਰ ਰੋਡ 'ਤੇ ਪੁਲੀ ਕੋਲੇ ਗੇਟ ਬਣਿਆ ਹੈ, ਉਹ ਵੀ ਤਕਰੀਬਨ 20 ਸਾਲਾਂ ਤੋਂ ਉੱਥੇ ਹਰ ਸਾਲ ਸਾਰਾ ਹੀ ਨਗਰ ਰਲ ਮਿਲ ਕੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅਖੰਡ ਪਾਠ ਕੀਤਾ ਜਾਂਦਾ ਹੈ ਅਤੇ ਗੁਰੂ ਕਾ ਲੰਗਰ ਵੀ ਚਲਾਇਆ ਜਾਂਦਾ ਹੈ। ਇਸ ਕਰਕੇ ਮਹਾਂਪੁਰਸ਼ਾਂ ਦੀ ਸੰਗਤ ਦੀ ਬਦੌਲਤ ਪਿੰਡ ਚਾਪੜ ਦੇ ਵਿੱਚ ਤਕਰੀਬਨ ਗੁਰਮਤਿ ਸਮਾਗਮ ਅਤੇ ਗੁਰੂ ਕੇ ਲੰਗਰ ਚੱਲਦੇ ਹੀ ਰਹਿੰਦੇ ਨੇ ਅਤੇ ਦੋਏ ਹੀ ਗੁਰਦੁਆਰਿਆਂ ਦੇ ਵਿੱਚ
ਕੋਈ 30 ਸਾਲਾਂ ਤੋਂ ਨਿਰੰਤਰ ਆਸਾ ਦੀ ਵਾਰ ਦੇ ਕੀਰਤਨ ਹੁੰਦੇ ਹਨ ਅਤੇ ਦੇਗ ਬਣਾਈ ਜਾਂਦੀ ਹੈ। ਇੱਕ ਬਹੁਤ ਵੱਡੀ ਗੱਲ ਹੈ ਕਿ ਦੋਏ ਹੀ ਗੁਰਦੁਆਰਿਆਂ ਵਿੱਚ ਕੋਈ ਗ੍ਰੰਥੀ ਨਹੀਂ ਰੱਖਿਆ ਹੋਇਆ। ਪਿੰਡ ਦੇ ਸੇਵਾਦਾਰ ਹੀ ਰਲ ਮਿਲ ਕੇ ਸੇਵਾ ਕਰਦੇ ਹਨ ਅਤੇ ਆਸਾ ਦੀ ਵਾਰ ਦੇ ਕੀਰਤਨ ਅਖੰਡ ਪਾਠ ਸਾਰੇ ਹੀ ਪ੍ਰੋਗਰਾਮ ਆਪ ਹੀ ਕਰਦੇ ਹਨ। ਇਸ ਕਰਕੇ ਹੀ ਇਹ ਘਨੌਰ ਬਲਾਕ ਦੇ ਵਿੱਚ ਇਲਾਕੇ ਦੇ ਵਿੱਚ ਮੇਰੇ ਹਿਸਾਬ ਮੁਤਾਬਕ ਗੁਰਮਤਿ ਦੇ ਪ੍ਰਚਾਰ ਦੇ ਅਨੁਸਾਰ ਅਤੇ ਗੁਰਸਿੱਖੀ ਦੇ ਦਾ ਪ੍ਰਚਾਰ ਸਭ ਤੋਂ ਵੱਡਾ ਇਹ ਪ੍ਰਚਾਰ ਕੇਂਦਰ ਹੈ। ਸਭ ਤੋਂ ਜ਼ਿਆਦਾ ਇੱਥੇ ਗੁਰਸਿੱਖੀ ਦਾ ਇਲਾਕੇ ਵਾਸਤੇ ਪ੍ਰਚਾਰ ਹੋ ਰਿਹਾ ਹੈ। ਮਹਾਰਾਜ ਸਾਰੀ ਸੰਗਤਾਂ ਰਲ ਮਿਲ ਕੇ ਪ੍ਰੇਮ ਨਾਲ ਸਾਰੇ ਪ੍ਰੋਗਰਾਮ ਨਿਭਾਉਂਦੀਆਂ ਹਨ। ਮਹਾਰਾਜ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਜੋ ਕਿ ਇਹ ਪ੍ਰਚਾਰ ਸੈਂਟਰ ਹੈ ਚਪੜ ਦੇ ਵਿੱਚ ਸੰਤ ਈਸ਼ਰ ਸਿੰਘ ਦੀ ਗੁਰਮਤਿ ਅਕੈਡਮੀ ਹੈ, ਇਸ ਨੂੰ ਪਰਮੇਸ਼ਰ ਰਾਤ ਦੁੱਗਣੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਅਤੇ ਇਸੇ ਤਰ੍ਹਾਂ ਹੀ ਇਹ ਗੁਰਮਤਿ ਦਾ ਪ੍ਰਚਾਰ ਕਰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬਾਬਾ ਗੁਰਤਾਰ ਸਿੰਘ ਜੀ ਜੋ ਕਿ ਸੰਗਤਪੁਰਾ ਆਸ਼ਰਮ ਚਪੜ ਤੋਂ ਉਹਨਾਂ ਨਾਲ ਗੱਲਬਾਤ ਕੀਤੀ। ਬਾਬਾ ਜੀ ਨੇ ਸਾਰਾ ਜੀਵਨ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ ਲਈ ਸਮਰਪਿਤ ਕੀਤਾ ਹੋਇਆ। ਅਸੀਂ ਪੂਰੇ ਨਗਰ ਵੱਲੋਂ ਇਹ ਦੁਆਵਾਂ ਕਰਦੇ ਹਾਂ ਕਿ ਬਾਬਾ ਗੁਰਤਾਰ ਸਿੰਘ ਜੀ ਹਮੇਸ਼ਾ ਸਿਹਤਯਾਬ ਰਹਿਣ ਅਤੇ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਰਹਿਣ ਅਤੇ ਅਨੇਕਾਂ ਹੀ ਲੋਕਾਂ ਨੂੰ ਸਿੱਧੇ ਰਾਹੇ ਪਾ ਕੇ ਉਹਨਾਂ ਨੂੰ ਤਾਰਦੇ ਰਹਿਣ ਅਤੇ ਇਹ ਹਮੇਸ਼ਾ ਹੀ ਖੁਸ਼ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਚੰਦ ਸਿੰਘ ਹੈ। ਮੈਂ ਪਿੰਡ ਚਪੜ ਦੇ ਰਹਿਣ ਵਾਲਾ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਦਾ ਹਾਂ। ਜੋ ਕਿ ਮੈਂ ਹਰੇਕ ਧਾਰਮਿਕ ਸਥਾਨ 'ਤੇ ਕੋਈ ਵੀ ਧਾਰਮਿਕ ਸਥਾਨ ਹੋਵੇ ਮੈਂ ਉੱਥੇ ਕੀਰਤਨ ਦੀ ਸੇਵਾ ਕਰਦਾ ਹਾਂ। ਕਿਉਂਕਿ ਮਹਾਂਪੁਰਸ਼ਾਂ ਵੱਲੋਂ ਸੰਤ ਈਸ਼ਰ ਸਿੰਘ ਜੀ ਰਾੜੇ ਸਾਹਿਬ ਵੱਲੋਂ ਉਹਨਾਂ ਮਹਾਂਪੁਰਸ਼ਾਂ ਦਾ ਸਦਕਾ ਹੀ ਮੇਰਾ ਜੀਵਨ ਪਲਟਿਆ ਹੈ। ਮਹਾਂਪੁਰਸ਼ਾਂ ਨੇ ਮੇਰੀ ਸੰਗਤ ਕੀਤੀ, ਗੁਰਬਾਣੀ ਦਾ ਉਹਨਾਂ ਨੇ ਧਾਰਨ ਕੀਤਾ। ਹੁਣ ਮੈਂ ਦਮਦਮੀ ਟਕਸਾਲ ਦਾ ਵੀ ਅਖੰਡ ਪਾਠੀ ਹਾਂ। ਬਾਕੀ ਕੀਰਤਨ ਦਾ ਮੈਨੂੰ ਔਰ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦਾ ਬੜਾ ਬੋਧ ਹੈ। ਮੈਂ ਇਹੀ ਅਰਦਾਸ ਕਰਦਾ ਹਾਂ ਵੀ ਜੋ ਸਾਡੇ ਬੱਚੇ ਹਨ ਉਹ ਗੁਰਮਤਿ ਦੇ ਧਾਰਨੀ ਬਣ, ਤਾਂ ਕਿ ਉਹ ਬੱਚੇ ਗਾਹਾਂ ਗੁਰਬਾਣੀ ਸੁਣ ਕੇ ਅੱਗੇ ਵੀ ਉਹਨਾਂ ਨੂੰ ਗਿਆਨ ਪ੍ਰਾਪਤ ਹੋਵੇ ਔਰ ਮਹਾਂਪੁਰਸ਼ਾਂ ਦੇ ਸਦਕਾ ਬੱਚੇ ਸਾਡੇ ਗੁਰਮਤਿ ਦੇ ਧਾਰਨੀ ਹੋਣ ਔਰ ਚੰਗਾ ਅਨੁਸ਼ਾਸਨ ਹੋਵੇ ਔਰ ਪਿੰਡ ਵਿੱਚ ਚੰਗੀ ਵਾਤਾਵਰਨ ਹੋਵੇ। ਇਹ ਮੈਂ ਵਾਹਿਗੁਰੂ ਮੂਹਰੇ ਅਰਦਾਸ ਕਰਦਾ ਹਾਂ। ਉਹ ਇੱਥੇ ਲੰਗਰ ਹਰ ਸਾਲ ਬਹੁਤ ਲੰਮੇ ਅਰਸੇ ਤੋਂ ਜਿਹੜਾ ਲੰਗਰ ਹੈ ਉਹ ਇੱਥੇ ਬਣਦਾ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀਆਂ ਚਰਨ ਛੋਹ ਪ੍ਰਾਪਤ ਧਰਤੀ ਤੇ ਇੱਥੇ ਸੰਤ ਬਾਬਾ ਮਹਿੰਦਰ ਸਿੰਘ ਜੀ ਅਤੇ ਸੰਤ ਬਾਬਾ ਭੁਪਿੰਦਰ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹਰ ਸਾਲ ਇੱਥੇ 10ਵੀਂ ਦਾ ਦੀਵਾਨ ਜਿਹੜਾ ਉਹ ਪੱਕਾ ਸੱਜਦਾ ਤੇ ਜਿਹੜੇ ਸਾਡੇ ਲੰਗਰੀ ਨੇ ਬਹੁਤ ਲੰਮੇ ਸਮੇਂ ਤੋਂ ਇਹ ਲੰਗਰ ਦੀ ਸੇਵਾਵਾਂ ਇੱਥੇ ਕਰ ਰਹੇ ਨੇ। ਸਾਡੇ ਪਿੰਡ ਦੇ ਨੌਜਵਾਨ ਵੀਰ ਜੋ ਕਿ ਸੇਵਾ ਕਰਕੇ ਇੱਥੋਂ ਖੁਸ਼ੀਆਂ ਪ੍ਰਾਪਤ ਕਰਦੇ ਹੈ। ਆਪਣੀ ਲੰਗਰ ਤਿਆਰ ਕਰਕੇ, ਭੋਜਨ ਤਿਆਰ ਕਰਕੇ ਇੱਥੇ ਹੀ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਤੇ ਹੋਰ ਵੱਖ-ਵੱਖ ਪਿੰਡਾਂ ਤੋਂ ਜਿਹੜੇ ਸੰਗਤਾਂ ਘਨੌਰ ਰੋਡ ਦੇ ਉੱਤੋਂ ਜਾਂਦੀਆਂ ਨੇ ਜਾਂ ਮੰਜੋਲੀ ਰੋਡ ਤੋਂ ਆਉਂਦੀਆਂ ਨੇ, ਉਹ ਸਾਰੀਆਂ ਸੰਗਤਾਂ ਆਪਣਾ ਲੰਗਰ ਛਕ ਕੇ ਇੱਥੋਂ ਤ੍ਰਿਪਤੀ ਹਾਸਲ ਕਰਦੀਆਂ। ਅੱਜ ਸਾਡੇ ਪਿੰਡ ਇੱਥੇ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਅਖੰਡ ਪਾਠ ਸਾਹਿਬ ਹੈ ਉਹਦਾ ਅੱਜ ਮੱਧ ਦਾ ਦਿਨ ਹੈ। ਮੱਧ ਦਾ ਭੋਗ ਲੱਗ ਚੁੱਕਿਆ ਹੈ ਅਤੇ ਦੂਜਾ ਜਿਹੜਾ ਦਿਨ ਹੈ ਉਹ ਇੱਥੇ ਦੇਖਣ ਨੂੰ ਆਪ ਜੀ ਨੂੰ ਮਿਲ ਰਿਹਾ ਕਿ ਸੰਗਤਾਂ ਸੇਵਾ ਕਰ ਰਹੀਆਂ ਨੇ।
ਸਾਡੇ ਪਿੰਡ ਦੇ ਨੌਜਵਾਨ ਵੀਰਾਂ ਦੇ ਵਿੱਚ ਇੱਕ ਖੂਨ ਦੇ ਵਿੱਚ ਰਸ ਹੈ ਕਿ ਉਹ ਜਦੋਂ ਤੱਕ ਸਾਡੇ ਇੱਥੇ ਆ ਕੇ ਗੁਰਦੁਆਰਾ ਸਾਹਿਬ ਜਾਂ ਮੰਦਿਰਾਂ ਦੇ ਵਿੱਚ ਸੇਵਾ ਨਹੀਂ ਕਰ ਲੈਂਦੇ ਉਦੋਂ ਤੱਕ ਇਹਨਾਂ ਨੂੰ ਤ੍ਰਿਪਤੀ ਨਹੀਂ ਆਉਂਦੀ। ਤੇ ਸਾਡੇ ਪਿੰਡ ਦੀਆਂ ਜਿਹੜੀਆਂ ਬੀਬੀਆਂ ਨੇ ਉਹ ਜਦੋਂ ਸਾਡੇ ਇੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀਆਂ ਦਾ ਪਵਿੱਤਰ ਸਥਾਨ ਹੈ, ਡੇਰਾ ਹੈ, ਤੇ ਉੱਥੇ ਆ ਕੇ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਤਾਰ ਸਿੰਘ ਜੀ ਰੋਜ਼ਾਨਾ 3 ਵਜੇ ਤੋਂ ਸਵੇਰੇ ਲੰਗਰ ਦੀ ਸੇਵਾ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਸਾਡੇ ਪਿੰਡ ਦੀਆਂ ਜਿਹੜੀਆਂ ਬੀਬੀਆਂ ਇਹ ਬੈਠੀਆਂ ਨੇ ਸਾਰੀਆਂ ਹੀ ਲਗਾਤਾਰ ਸਵੇਰੇ ਅੰਮ੍ਰਿਤ ਵੇਲੇ ਆ ਕੇ ਉਹ ਪ੍ਰਸ਼ਾਦੇ ਪਕਾਉਂਦੀਆਂ ਨੇ। ਤੇ ਧੰਨ ਬਾਬਾ ਹਰਨੇਕ ਸਿੰਘ ਜੀ ਰਾੜਾ ਸਾਹਿਬ ਵਾਲੇ ਉਹ ਇੱਥੋਂ ਲੰਗਰ ਜਿਹੜੇ ਲੈ ਕੇ ਜਾਂਦੇ ਹੈ। ਤੇ ਫਿਰ ਜਿਹੜੀਆਂ ਸੰਗਤਾਂ ਭਾਵੇਂ ਭੇਵਾ ਹੋਵੇ ਭਾਵੇਂ ਕੁਰੂਕਸ਼ੇਤਰ ਹੋਵੇ, ਇਸ ਤਰ੍ਹਾਂ ਵੱਖ-ਵੱਖ ਸਥਾਨਾਂ ਤੇ ਜਾ ਕੇ ਉਹ ਲੰਗਰ ਦੀਆਂ ਜਿਹੜੀਆਂ ਸੇਵਾਵਾਂ ਕਰਦੇ ਹੈ। ਸੋ ਇਸ ਵਿਸ਼ੇ ਤੇ ਸਾਡਾ ਜਿਹੜਾ ਪਿੰਡ ਹੈ ਉਹ ਬਿਹਤਰੀਨ ਹੈ। ਸੋ ਇਹ ਜਿਹੜੀ ਕਿਰਪਾ ਹੈ ਇਹ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇੱਥੇ ਅਨੇਕਾਂ ਹੀ ਸੰਗਤਾਂ ਨਤਮਸਤਕ ਹੁੰਦੀਆਂ। 10ਵੀਂ ਦਾ ਜਿਹੜਾ ਦੀਵਾਨ ਹੈ ਉਹ ਪ੍ਰੋਪਰ ਇੱਥੇ ਸਜਦਾ ਹੈ ਤੇ ਹਰ ਸਾਲ ਇਹ ਸਾਡੇ ਪਿੰਡ ਦੀ ਪੂਲੀ ਹੈ। ਆ ਦੇਖੋਗੇ ਤੁਸੀਂ ਗੇਟ ਹੈ, ਗੇਟ ਦੇ ਉੱਤੇ ਇਹ ਜਿਹੜਾ ਰੋਜ਼ਾਨਾ ਹਰ ਵਾਰੀ ਲੰਗਰ ਹੈ ਜਿਹੜਾ ਚੱਲਦਾ ਹੈ, ਹਰ ਵਾਰੀ ਹਰ ਸਾਲ। ਸੋ ਸੰਗਤਾਂ ਨਤਮਸਤਕ ਹੁੰਦੀਆਂ। ਆਏ ਉਠੈ ਪਾਏ ਨਾਨਕ ਜਪੈ ਜਾਏ ਕਰਮ ਸਭੋ ਨਾ ਛੱਡ ਖੇਤ ਉਤਾ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਆਪੇ ਗੁਰ ਚੇਲਾ। ਸਾਧ ਸੰਗਤ ਦੁਨੀਆ ਦੇ ਵਿੱਚ ਰੀਤ ਜੇ ਕੋਈ ਗੁਰੂ ਹੈ ਤਾਂ ਉਹ ਗੁਰੂ ਰਹਿੰਦਾ ਉਸ ਦੇਵੀ। ਪਰ ਧੰਨ ਮੇਰੇ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਸਾਧ ਸੰਗਤ ਇਸ ਰੀਤ ਨੂੰ ਕੋ ਬੇਈਮਾਨਾਂ ਦਾ ਭਾਂਡਾ ਜ਼ਰੂਰ ਭੰਨਾਂਗੇ। ਮਹਾਰਾਜ ਜੀ ਨੇ ਜੋ ਚਿੱਠੀ ਲੈ ਕੇ ਆਇਆ, ਕਹਿਣ ਲੱਗੇ ਜਾਓ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਖਜ਼ਾਨਾ ਜਾਏਗਾ। ਖੈਰ ਉਹ
ਬੁੱਧੀ ਬਖਸ਼ੋ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਰਾ ਸੋ ਪਹਿਚਾਨੀਐ ਜੋ ਨਰੈ ਦੀਨ ਕੇ ਹੇਤ। ਪੁਰਜਾ ਕਟ ਮਰੈ ਪ੍ਰਭੁ ਨਾ ਛਾਡੈ ਖੇਤ। ਤੇਰੇ ਕਵਨ ਗੁਣ ਕਹਿ ਕਹਿ ਗਾਵਾ। ਤੁਮ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਸੋ ਕਹੋ ਟਲ ਗੁਰ ਸੇਵੇ ਹੈ ਅਹਨਸ ਸਹਜ ਸੁਭਾਏ। ਦਰਸ਼ਨ ਬਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਨੌਵਾਂ। ਮਨ ਰੇ ਪ੍ਰਭ ਕੀ ਸਰਣ ਵਿਚਾਰੋ। ਜਹ ਸਿਮਰਤ ਬਨ ਕਾਸੀ ਉਦਰੀ। ਤਾਂ ਕੋ ਜਸ ਉਰ ਧਾਰੋ। ਮਨ ਰੇ ਪ੍ਰਭ ਕੀ ਸਰਣ ਵਿਚਾਰੋ। ਜਹ ਸਿਮਰਤ ਬਨ ਕਾਸੀ ਉਦਰੀ। ਤਾਂ ਕੋ ਜਸ ਉਰ ਧਾਰੋ। ਰਹਾਉ ਅਤਲ ਪਿਓ ਦੂਜਾ ਕੈ ਸਿਮਰਨਾ। ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ। ਤੈ ਕਾਹੇ ਵਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ। ਗੱਜ ਗ੍ਰਹਾ ਤੇ ਛੁਟਾ। ਮਹਿਮਾ ਨਾਮ ਕਾਲ ਵਰਨੋ। ਰਾਮ ਕਹਿਤ ਬੰਦਨ ਤਹਿ ਟੁੱਟਾ। ਅਜਮਰ ਪਾਪੀ ਜਗ ਜਾਣੇ। ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ। ਤੈ ਪੀ ਉਤਰਹਿ ਪਾਰਾ। ਅਜਮਰ ਪਾਪੀ ਜਗ ਜਾਣੇ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਧੰਨ ਧੰਨ ਬਾਬਾ ਜੁਝਾਰ ਸਿੰਘ ਜੀ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ। ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਮਾਤਾ ਗੁਜਰੀ ਜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਚਾਪੜ ਦੀਆਂ ਸਮੂਹ ਸੰਗਤਾਂ ਨੇ ਜੋ ਪਾਸੋਂ ਰੋਜ਼ ਤੋਂ ਧੁਰਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਵਾਕ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਹੋਏ ਸਨ। ਉਹਨਾਂ ਦੇ ਹੁਣੇ ਨਿਰਵਿਘਨਤਾ ਸਾਹਿਬ ਭੋਗ ਪਾਏ ਗਏ। ਉਪਰੰਤ ਬਹੁਤ ਹੀ ਸਤਿਕਾਰਯੋਗ ਬਾਬਾ ਜਸਵਿੰਦਰ ਸਿੰਘ ਜੀ ਰਸਵਾਲਾ ਸਾਹਿਬ ਤੇ ਉਹਨਾਂ ਦੇ ਸਮੂਹ ਜਥਿਆਂ ਵੱਲੋਂ ਕਈ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾਂ ਦੇ ਵਾਹਨ ਵਾਕ ਅਨੁਸਾਰ ਉਸ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਤਿਹਾਸ ਵਿਚਾਰਾਂ ਕੀਤੀਆਂ ਗਈਆਂ। ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ ਧੰਨਵਾਦ। ਮੈਂ ਬਹੁਤ ਹੀ ਸਤਿਕਾਰਯੋਗ ਇਸ ਨਗਰ ਦੇ ਮਹਾਪੁਰਸ਼ ਜਿਨ੍ਹਾਂ ਦੀ ਬਦੌਲਤ
ਇੱਥੋਂ ਵੱਖਰੀਆਂ ਧਾਰਮਿਕ ਸ਼ਖਸੀਅਤਾਂ ਨਿਕਲੀਆਂ, ਪਿੰਡ ਚੋਂ ਰਾਜਨੀਤਿਕ ਸ਼ਖਸੀਅਤਾਂ ਨਿਕਲੀਆਂ ਤੇ ਵੱਡੇ ਵੱਡੇ ਅਦਾਰਿਆਂ ਦੇ ਵਿੱਚ ਸਰਕਾਰੀ ਨੌਕਰੀਆਂ ਤੇ ਲੱਗੇ। ਮੇਰੀ ਮੁਰਾਦ ਬਾਬਾ ਗੁਰਤਾਰ ਸਿੰਘ ਜੀ ਜੋ ਕਿ ਸਾਡੇ ਨਗਰ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ। ਸੋ ਸਮੂਹ ਜਥੇ ਦੇ ਜਿਹੜੇ ਸਿਰੋਂ ਪਾਉ ਨੇ ਉਹ ਵੀ ਭੇਂਟ ਕੀਤੇ ਜਾਣਗੇ। ਸੋ ਸਾਡੇ ਵਿਚਕਾਰ ਸਾਡੇ ਇਸ ਨਗਰ ਦੇ ਮਹਾਨ ਕੀਰਤਨੀਏ ਜਿਨ੍ਹਾਂ ਨੇ ਕਿ ਪੂਰੇ ਪਿੰਡ ਦੇ ਅੰਦਰ ਭਾਵੇਂ ਕਿਸੇ ਵੀ ਧਾਰਮਿਕ ਸਥਾਨ ਨੂੰ ਬਿਲੋਂਗ ਕਰਦੇ ਹੋਣ, ਭਾਵੇਂ ਗੁਰਦੁਆਰਾ ਸਾਹਿਬ ਹੋਵੇ, ਭਾਵੇਂ ਲਾਲਾਂ ਵਾਲੇ ਪੀਰ ਜੀ ਹੋਣ, ਭਾਵੇਂ ਸ਼੍ਰੀ ਬਾਬਾ ਲਾਲ ਜੀ ਹੋਣ, ਭਾਵੇਂ ਸ਼ਿਵਜੀ ਮੰਦਿਰ ਹੋਵੇ, ਉਹਨਾਂ ਦੇ ਵਿੱਚ ਜਾ ਕੇ ਦਿਨ ਰਾਤ ਸਮਰਪਿਤ ਭਾਵਨਾ ਦੇ ਨਾਲ ਕੀਰਤਨ ਕਰਦੇ ਨੇ। ਮੇਰੀ ਮੁਰਾਦ ਹੈ ਬਾਬਾ ਹਰਚੰਦ ਸਿੰਘ ਜੀ ਤੋਂ ਕਿ ਉਹ ਵੀ ਬਾਬਾ ਗੁਰਤਾਰ ਸਿੰਘ ਜੀ ਤੋਂ ਸਿਰੋਂ ਪਾਉ ਲੈਣ। ਸਾਡੇ ਨਗਰ ਦੇ ਮਹਾਨ ਕੀਰਤਨੀਏ ਬਾਬਾ ਹਰਚੰਦ ਸਿੰਘ ਜੀ, ਸੋ ਉਹਨਾਂ ਲਈ ਵੀ ਸਿਰੋਂ ਪਾਉ, ਕਿਉਂਕਿ ਐਸੀਆਂ ਵਿਲੱਖਣ ਰੂਹਾਂ ਕਦੇ ਕਦੇ ਸੰਸਾਰ ਤੇ ਆਉਂਦੀਆਂ ਨੇ। ਸਾਧ ਸੰਗਤ ਜੀ, ਤੁਸੀਂ ਮਹਿਸੂਸ ਕਰਕੇ ਦੇਖਿਓ, ਜਦੋਂ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਣੀ ਤੇ ਕਦੋਂ ਕਿਵੇਂ ਦਾ ਮੰਜ਼ਰ ਰਿਹਾ ਹੋਣਾ। ਇੱਕ ਕਵੀ ਲਿਖਦਾ ਕਹਿੰਦਾ, ਰੋਇਆ ਹੋਏਗਾ ਕਿਲਾ ਆਨੰਦਪੁਰ ਦਾ, ਰੌਣਕਾਂ ਜਿੱਥੋਂ ਦੀਆਂ ਅੰਬਾਰ ਤੁਰਦੇ। ਕਹਿੰਦੇ ਇੰਨਾ ਸਮਾਂ ਜਿਹੜਾ ਸੁੰਗੜਿਆ ਸੀ ਉੱਥੇ ਜਿੱਥੇ ਜਿੱਥੇ ਮੈਂ ਬੇਨਤੀ ਕਰਾਂਗਾ ਭਾਈ ਅਜੈਬ ਸਿੰਘ ਜੀ ਨੂੰ ਤੇ ਸ਼ਰਨਜੀਤ ਸਿੰਘ ਜੀ ਨੂੰ ਕਿ ਬਾਬਾ ਜੀ ਨੂੰ ਸਿਰੋਂ ਪਾਉ ਦੇਣ, ਕਿਉਂਕਿ ਸਾਡੇ ਨਗਰ ਦੇ ਮਹਾਨ ਪੁਰਸ਼ ਹੈ, ਬਹੁਤ ਲੋਕਾਂ ਨੂੰ ਤਾਰਿਆ, ਸਾਡੇ ਵਰਗੇ ਨਿਮਾਣਿਆਂ ਨੂੰ ਉਸ ਲੈਵਲ ਕੀਤਾ। ਬੋਲੇ ਸੋ ਨਿਹਾਲ। ਬਾਬਾ ਗੁਰਦਾਸ ਸਿੰਘ ਜੀ ਦੇ ਨਾਲ ਹਮੇਸ਼ਾ ਹੀ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਸੰਗਤ ਖੜੀ ਰਹੀ ਹੈ। ਇਹਨਾਂ ਦੀ ਰਹਿਨੁਮਾਈ ਹੇਠ ਪੂਰੀ ਸੰਗਤ, ਪੂਰਾ ਪਿੰਡ ਢੁਕਦਾ। ਸਾਡੇ ਇੱਥੇ 10ਵੀਂ ਦਾ ਦੀਵਾਨ ਬਾਬਾ ਭੁਪਿੰਦਰ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਸਜਾਇਆ ਜਾਂਦਾ ਹੈ। ਸਾਡਾ ਜਿਹੜਾ ਨਗਰ ਹੈ ਬਹੁਤ ਭਾਗਾਂ ਵਾਲਾ ਹੈ। ਇੱਥੇ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਤਤਵੇਤੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਰੜਾ ਸਾਹਿਬ ਵਾਲਿਆਂ ਦੀ ਚਰਨ ਛੋਹ ਧਰਤੀ ਹੈ। ਉਹ ਸੰਘਰਸ਼ ਦੇ ਵਿੱਚ ਇਤਿਹਾਸ ਦੇ ਸੁਨਹਿਰੀ ਪੰਨੇ ਦੱਸਦੇ ਆ ਕਿ ਜਦੋਂ ਵੀ ਕਿਸੇ ਨੇ ਇਹਨਾਂ ਸਰਦਾਰਾਂ ਦੇ ਨਾਲ, ਇਹਨਾਂ ਪੰਜਾਬੀਆਂ ਦੇ ਨਾਲ, ਇਹਨਾਂ ਦਸਤਾਰਾਂ ਵਾਲਿਆਂ ਦੇ ਨਾਲ ਪੰਗਾ ਲਿਆ, ਉਹ ਮੂੰਹ ਦੀ ਖਾਣੀ ਪਈ ਹੈ। ਸੋ ਸਾਡੇ ਵਿਚਕਾਰ ਸਾਡੇ ਬਹੁਤ ਹੀ ਅਜ਼ੀਜ਼ ਤੇ ਇਸ ਇਲਾਕੇ ਦੀ ਸ਼ਾਨ ਸਰਦਾਰ ਗੁਰਲਾਲ ਸਿੰਘ ਜੀ ਘਨੌਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹੁੰਚੇ ਹੈ। ਗੁਰਲਾਲ ਸਿੰਘ ਜੀ ਨੂੰ ਸਿਰੋਂ ਪਾਉ ਦੇ ਕੇ ਬੋਲੇ ਸੋ ਨਿਹਾਲ। ਸਾਡੇ ਵਿਚਕਾਰ ਕਮੇਟੀ ਪਹੁੰਚੇ ਹੈ। ਬੋਲੇ ਸੋ ਨਿਹਾਲ। ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੇ ਸਪੁੱਤਰ ਜੀ। ਜੁਗੋ ਜੁਗਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਤ ਕੇ ਆਪਣੇ ਘਰੇ ਆਇਆ, ਪਰ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ, ਸਿਰ ਦੇਣੇ ਪਏ, ਤਾਂ ਕਿਤੇ ਜਾ ਕੇ ਜਿੱਤ ਹਾਸਲ ਹੋਈ ਹੈ। ਕਿਤੇ ਅਹਿਸਾਸ ਕਰਕੇ ਦੇਖਿਓ, ਕਿਤੇ ਸੋਚ ਕੇ ਦੇਖਿਓ, ਕਿਤੇ ਵਿਚਾਰ ਕਰਕੇ ਦੇਖਿਓ, ਤਾਂ ਪਤਾ ਲੱਗਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਕਿੰਨੀ ਜ਼ਿਆਦਾ ਠੰਡ ਹੁੰਦੀ ਸੀ, ਦਰਖਤ ਜ਼ਿਆਦਾ ਹੁੰਦੇ ਸੀ, ਇੰਡਸਟਰੀ ਹੁੰਦੀ ਨਹੀਂ ਸੀ। ਅੱਜ ਕੀ ਹੈ? ਅੱਜ ਤਾਂ ਇੰਡਸਟਰੀ ਬਹੁਤ ਹੈ, ਕਾਰਖਾਨੇ ਬਹੁਤ ਹੋ ਗਏ, ਗਰਮੀ ਵੱਧ ਗਈ ਹੈ। ਪਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਣੀ ਤੇ ਮਾਤਾ ਗੁਜਰ ਕੌਰ ਜੀ ਨੂੰ
ਠੰਡੇ ਬੁਰਜ ਦੇ ਵਿੱਚ ਬਿਠਾਇਆ ਗਿਆ ਹੋਣਾ, ਭੁੰਜੇ ਹੀ ਕਿਹੋ ਜਿਹਾ ਮੰਜ਼ਰ ਹੋਇਆ ਹੋਣਾ। ਸੋ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ, ਪਿੰਡ ਚਾਪੜ ਦੀ ਸਮੂਹ ਸੰਗਤ ਨੇ, ਮਾਈਆਂ, ਭੈਣਾਂ, ਬੀਬੀਆਂ, ਭਾਈ, ਬੱਚੇ, ਬਜ਼ੁਰਗ ਸਾਰਿਆਂ ਨੇ ਰਲ ਕੇ ਜੋ ਸੇਵਾ ਕੀਤੀ ਹੈ, ਅਸੀਂ ਦੁਆਵਾਂ ਕਰਦੇ ਹਾਂ ਕਿ ਸਾਡਾ ਨਗਰ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰਹੇ ਤੇ ਇੱਥੋਂ ਸੇਵਾਦਾਰ ਪੈਦਾ ਹੁੰਦੇ ਰਹਿਣ ਅਤੇ ਅਸੀਂ ਉਹਨਾਂ ਮਹਾਨ ਸ਼ਹੀਦਾਂ ਕੌਮਾਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਪਿੰਡ ਦੇ ਵਸਿੰਦੇ ਸਰਦਾਰ ਸਵਰਨ ਸਿੰਘ ਜੀ ਦੇ ਸਪੁੱਤਰ ਸਰਦਾਰ ਕਮਲਜੀਤ ਸਿੰਘ ਜੀ ਤੇ ਉਹਨਾਂ ਦੀ ਪਤਨੀ ਜਸਵੀਰ ਕੌਰ, ਜੋ ਕਿ ਫੋਰਨ ਕੰਟਰੀ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹਨ, ਉਹਨਾਂ ਨੇ ਇਸ ਸ਼ਹੀਦੀ ਸਮਾਗਮ ਨੂੰ ਸਮਰਪਿਤ ਆਪਣੀ ਕਿਰਤ ਕਮਾਈ ਦੇ ਵਿੱਚੋਂ 6100 ਰੁਪਏ ਭੇਜੇ ਹੈ। ਉਹਨਾਂ ਦੀ ਆਪਾਂ ਇੱਕ ਜਕਾਰਾ ਛੱਡਾਂਗੇ ਚੜ੍ਹਦੀ ਕਲਾ ਦੇ ਲਈ। ਬੋਲੇ ਸੋ ਉਹਨਾਂ ਰੂਹਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਇੱਥੇ ਮਾਇਆ ਭੇਜੀ ਹੈ ਤੇ ਜਿਹੜੀ ਵੀ ਸੰਗਤ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਉਹ ਸੇਵਾ ਸਫਲੀ ਹੋਵੇ। ਤੇ ਇੱਕ ਕਵੀ ਜਿਹੜਾ ਬੜਾ ਲਿਖਦਾ ਹੈ, ਸੰਗਤ ਨੂੰ ਸਮਝਾਉਣ ਦੇ ਬਾਬਤ ਲਿਖਦਾ ਹੈ, ਕਹਿੰਦੇ ਐਨੀ ਲੰਮੀ ਨਿੰਦਰ ਨਾ ਸ਼ੇਰਾਂ ਤਾਈਂ ਚੰਗੀ ਹੁੰਦੀ, ਜਾਗ ਜਾਗ ਖਾਲਸਾ ਤਿਆਗ ਇਹ ਖਾਮੀਆਂ, ਦੇ ਕੇ ਕੁਰਬਾਨੀਆਂ ਉਹ ਸਿਰ ਦੇ ਕੇ ਲਈ ਸਿੱਖੀ, ਹੱਥੀ ਲਾ ਉਜਾੜ ਨਾ ਇਹ ਕੇਸਰ ਕਿਆਰੀਆਂ, ਸਾਧ ਸਿੱਖੀ ਵੇਸ ਸੋਹਣੇ ਕੇਸ ਹੋ ਤਿਆਰ ਸਿੰਘਾ, ਲੱਖ ਗੁਰੂ ਯਾਦ ਜਿਸ ਬਖਸ਼ੀਆਂ ਸਰਦਾਰੀਆਂ, ਲੱਖ ਗੁਰੂ ਯਾਦ ਜਿਸ ਬਖਸ਼ੀਆਂ ਸਰਦਾਰੀਆਂ, ਜਿਨ੍ਹਾਂ ਕਰਕੇ ਸਾਡੇ ਸਿਰਾਂ ਤੇ ਸੋਭਦੀਆਂ ਸੋਹਣੀਆਂ ਦਸਤਾਰਾਂ, ਸਾਡੀਆਂ ਮਾਵਾਂ ਭੈਣਾਂ ਦੇ ਸਿਰਾਂ ਦੇ ਉੱਤੇ ਸੋਭਦੀਆਂ ਸੋਹਣੀਆਂ ਚੁੰਨਰੀਆਂ, ਸੋ ਆਪਣੀਆਂ ਇੱਜ਼ਤਾਂ ਮਾਣ ਵਡਿਆਈਆਂ ਸਾਡੇ ਉਹਨਾਂ ਸਿੰਘ ਸ਼ਹੀਦਾਂ ਕਰਕੇ ਨੇ, ਸਾਡੇ ਗੁਰੂਆਂ ਪੀਰਾਂ ਕਰਕੇ ਨੇ। ਸੋ ਮੈਂ ਬੇਨਤੀਆਂ ਕਰਦਾ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਮੂਹ ਸੰਗਤ ਵੱਲੋਂ ਕਿ ਪਾਸੋਂ ਰੋਜ਼ ਤੋਂ ਸੇਵਾ ਕਰਦਿਆਂ ਤੋਂ ਜੋ ਗੁਸਤਾਖੀਆਂ ਹੋ ਗਈਆਂ ਹੋਣਗੀਆਂ, ਆਪ ਜੀ ਅਣਜਾਣ ਬੱਚੇ ਸਮਝ ਕੇ ਮੁਆਫ ਕਰ ਲੈਣਾ। ਅੱਗੇ ਵਾਸਤੇ ਨੂੰ ਫੇਰ ਇਸੇ ਤਰ੍ਹਾਂ ਜੋੜ ਮੇਲੇ ਅਸੀਂ ਕਰਦੇ ਰਹੀਏ, ਆਪਣੇ ਸਿੰਘ ਸ਼ਹੀਦਾਂ ਨੂੰ ਯਾਦ ਕਰਦੇ ਰਹੀਏ ਤੇ ਉਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ।